ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁੱਖ ਖਬਰਾਂ ਦਾ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਗੱਲ ਪੁਨਰ ਸਰਜੀਤ ਅਕਾਲੀ ਦਲ ਦੀ ਕਰਦੇ ਹਾਂ, ਜਿਸ ਦੇ ਵਿੱਚੋਂ ਪਹਿਲਾਂ ਰਖੜਾ ਹੁਣੀ ਆਪਣਾ ਪਾਸਾ ਬਦਲਿਆ, ਦੂਰੀ ਬਣਾਈ ਤੇ ਹੁਣ ਉਸ ਤੋਂ ਬਾਅਦ ਮਨਪ੍ਰੀਤ ਇਆਲੀ ਹੁਣੀ ਜਿਹੜੇ ਕਿ ਇਸ ਸਮੇਂ ਐਮਐਲਏ ਵੀ ਨੇ। ਐਮਐਲਏ ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿੱਤ ਕੇ ਬਣਦੇ ਨੇ, ਪਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀਆਂ ਦੂਰੀਆਂ ਹੀ ਰਹੀਆਂ ਨੇ। ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚ ਉਹ ਆਏ 2 ਦਸੰਬਰ ਦੇ ਫੈਸਲਿਆਂ ਦੇ ਉੱਪਰ ਕੰਮ ਕਰਦਿਆਂ ਹੋਇਆਂ ਕਾਫੀ ਲੰਬਾ ਸਮਾਂ ਉਹਨਾਂ ਨੇ ਜਿਹੜੀਆਂ ਕਹਿ ਲਈਏ ਵੀ ਜੁਆਇਨਿੰਗਸ ਕਰਾਈਆਂ ਤੇ ਉਸ ਤੋਂ ਬਾਅਦ ਹੁਣ ਅੱਜ ਉਹ ਦਿਨ ਆ ਗਿਆ ਜਦੋਂ ਉਹਨਾਂ ਨੇ ਪੂਰੇ ਤਰੀਕੇ ਦੇ ਨਾਲ ਪੁਨਰ ਸੁਰਜੀਤ ਅਕਾਲੀ ਦਲ ਤੋਂ ਦੂਰੀ ਵੱਟ ਲਈ ਹੈ, ਅਸਤੀਫਾ ਦੇ ਦਿੱਤਾ ਹੈ। ਅਗਲਾ ਰਾਹ ਕੀ ਹੋਵੇਗਾ ਉਹ ਜਾਣਦੇ ਆ ਮਿੰਟੂ ਜੀ ਕੋ। ਜੀ ਪਾਇਓ ਚਾਨਣਾ ਜੀ। ਗੁਰਪ੍ਰੀਤ, ਦੇਖੋ ਇਆਲੀ ਸਾਹਿਬ ਬਾਰੇ ਅਸੀਂ ਕੱਲ ਗੱਲ ਕਰਦੇ ਸਾਂ ਤੇ ਮੈਂ ਸਾਫ਼ ਕਰ ਦਿੱਤਾ ਸੀਗਾ ਕਿ ਇਆਲੀ ਸਾਹਿਬ ਆਮ ਆਦਮੀ ਪਾਰਟੀ 'ਚ ਨਹੀਂ ਜਾਊਗੇ। ਸ਼ਾਇਦ ਤੁਹਾਡੇ ਨਾਲ ਵੀ ਮੈਂ ਗੱਲ ਕੀਤੀ ਹੋਵੇ ਕਿ ਉਹ ਨਹੀਂ ਜਾ, ਤਾਂ ਉਹਦੇ 'ਚ ਇੱਕ ਗੱਲ ਸਾਫ਼ ਸੀ, ਸਪਸ਼ਟ ਸੀ ਕਿ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ 'ਚ ਜਾਣਗੇ ਜੀ। ਮੋਸਟ ਪ੍ਰੋਬੇਬਲ। ਅੱਜ ਵੀ ਤੁਸੀਂ ਉਹਨਾਂ ਦੀ ਸਟੇਟਮੈਂਟ ਦੇਖੋ, ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਭਾਈ ਮੈਂ ਨਾ ਆਮ ਆਦਮੀ ਪਾਰਟੀ 'ਚ ਜਾਵਾਂ, ਨਾ ਮੈਂ ਭਾਜਪਾ 'ਚ ਜਾਵਾਂ, ਨਾ ਕਾਂਗਰਸ 'ਚ ਤੇ ਨਾ ਅਕਾਲੀ ਦਲ ਬਾਦਲ 'ਚ। ਫਿਰ ਰਹਿ ਕੌਣ ਗਿਆ? ਅਕਾਲੀ ਦਲ ਵਾਰਸ ਪੰਜਾਬ ਦੇ। ਤਾਂ ਇਹ ਸਾਫ਼ ਸੀ। ਸਾਡੇ ਕੋਲ ਜਿਹੜੀ ਜਾਣਕਾਰੀ ਆ ਕਿ ਹਫ਼ਤੇ 2 ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਦਾ ਜਾਣਾ ਵੀ ਹੋ ਸਕਦਾ ਹੈ ਜੀ। ਪਰ ਮੈਂ ਉੱਥੇ ਇੱਕ ਸਵਾਲੀਆ ਨਿਸ਼ਾਨ ਲਾਉਣਾ, ਜੋ ਮੇਰੇ ਪਾਸ ਦੂਸਰੀ ਜਾਣਕਾਰੀ ਹੈ ਇਹ ਤੋਂ ਇਲਾਵਾ, ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਵੀ ਕਿਤੇ ਨਾ ਕਿਤੇ ਮਨਪ੍ਰੀਤ ਇਆਲੀ ਸਿੰਘ ਨੂੰ ਲੈ ਕੇ 2 ਰਾਵਾਂ ਨੇ, ਕਿਉਂਕਿ ਉਹ ਠੰਡੇ ਹੋਏ ਸਿਆਸਤਦਾਨ ਨੇ। ਇੱਕ ਥਾਂ ਤੇ ਕਿਤੇ ਨਾ ਕਿਤੇ ਕਹਿ ਲੋ ਕਿ ਇਨਸਿਕਿਉਰਿਟੀ ਹੈ, ਉਹ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦੀ ਹੈ ਕਿ ਕੱਲ ਨੂੰ ਜਥੇਬੰਦੀ ਜਾਂ ਲੀਡਰਸ਼ਿਪ ਦਾ ਜਿਹੜਾ ਕਹਿ ਲੋ ਕਿ ਨੁਮਾਇਆ ਚਿਹਰਾ, ਉਹ ਸਾਰੀਆਂ ਚੀਜ਼ਾਂ ਉਹਦੇ 'ਚ ਤੁਸੀਂ ਕੁਝ ਵੀ ਆਪਦਾ ਸ਼ੱਕ, ਆਪਦੀ ਥਿਊਰੀ ਵੀ ਐਡ ਕਰ ਸਕਦੇ ਹੋ। ਤਾਂ ਇੱਕ ਧੜਾ ਜਿਹੜਾ ਹੈ ਉਹ ਇਹ ਮੰਨਦਾ ਹੈ ਕਿ ਸਾਫ਼ ਸੁਥਰਾ ਜੀਵਨ ਹੈ। ਮਨਪ੍ਰੀਤ ਸਿੰਘ ਇਆਲੀ ਦਾ ਕੰਮ ਕਰਨ ਦਾ ਰੰਗ ਢੰਗ ਹੈ, ਬਿਜ਼ਨਸਮੈਨ ਨੇ, ਪੈਸੇ ਵਾਲੇ ਨੇ, ਬੜੀ ਦੂਰ ਦੂਰ ਤੱਕ ਪਹੁੰਚ ਹੈ, ਡੀਸੈਂਟ ਇਨਸਾਨ ਨੇ, ਇੱਕ ਸਾਫ਼ ਸੁਥਰੀ ਛਵੀ ਦਾ ਫਾਇਦਾ ਹੋ ਸਕਦਾ ਹੈ। 2 ਹੀ ਚੀਜ਼ਾਂ ਨੇ। ਪਰ ਅੱਜ ਜਿਸ ਵੇਲੇ ਇਹਨਾਂ ਨੇ ਅਕਾਲੀ ਦਲ ਪੁਨਰ ਸੁਰਜੀਤ ਛੱਡਿਆ, ਉਹਦੇ ਵਿੱਚ ਉਹਨਾਂ ਨੇ ਕਾਰਨ ਵੀ ਦੱਸੇ ਨੇ 1-2 ਕਿ ਦੌਰਾਨੇ ਮੀਟਿੰਗਾਂ, ਕਿ ਬਈ ਜਦੋਂ ਕਿਹਾ ਜਾਂਦਾ ਸੀਗਾ ਕਿ ਆਪਾਂ ਪਿੱਛੇ ਹਟੀਆ, ਖਾਸ ਤੌਰ ਤੇ ਜਿਹੜੇ ਬੰਦੇ 2 ਦਸੰਬਰ ਵਾਲੇ ਹੁਕਮਨਾਮੇ ਦੇ ਵਿੱਚ ਸਜ਼ਾ ਸੁਣਨ ਵਾਸਤੇ ਫਸੀਲ ਦੇ ਸਾਹਮਣੇ ਖਲੋਤੇ ਸਨ, ਉਹ ਅੱਜ ਮੋਰਲੀ ਲੀਡਰਸ਼ਿਪ ਦੇ ਵਿੱਚ ਕਿਵੇਂ ਹੋ ਸਕਦੇ? ਤੇ ਕੰਟਰਾਡਿਕਸ਼ਨ ਹੈ ਜੀ, ਕਿ ਨੈਤਿਕ ਤੌਰ ਤੇ ਠੀਕ ਨਹੀਂ ਹੈ। ਪਰ ਅਕਾਲੀ ਦਲ ਨੇ, ਬਾਦਲ ਧੜੇ ਨੇ ਇਹਨਾਂ ਦੀ ਨੈਤਿਕਤਾ ਤੇ ਵੀ ਸਵਾਲ ਚੁੱਕਿਆ ਕਿ ਭਾਈ ਜੇ ਨੈਤਿਕਤਾ ਤੇ ਤੁਸੀਂ ਅਕਾਲੀ ਦਲ ਬਾਦਲ ਬਣੀਓ ਜਿੱਤੇ ਹੋ ਤੇ ਭਾਈ ਛੱਡ ਦਿਓ ਅਸਤੀਫਾ। ਤੇ ਜੇ ਨੈਤਿਕਤਾ ਹੈ ਤੇ ਫਿਰ ਤੁਸੀਂ ਨੈਤਿਕਤਾ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਕਬੂਲ ਹੀ ਕਿਵੇਂ ਕਰ ਸਕਦੇ ਸੀ? ਕਿਉਂ? ਜੀ। ਕਿਉਂਕਿ ਉਹ
ਪਹਿਲਾਂ ਸਜ਼ਾ ਸੁਣਾਉਣ ਵਾਲਿਆਂ ਦੇ ਵਿੱਚ ਵੀ ਸੀ, ਫਿਰ ਪਾਰਟੀ ਬਣਾਉਣ ਵਾਲਿਆਂ ਦੇ ਵਿੱਚ ਵੀ ਸੀ, ਪ੍ਰਧਾਨ ਬਣ ਵੀ ਗਿਆ। ਤੋ ਯਾਨੀ ਕਹਿ ਸਕਦੇ ਹਾਂ, ਪਰ ਯਾਲੀ ਸਾਹਿਬ ਨੇ ਪੁਨਰ ਸੁਰਜੀਤ ਨੂੰ ਛੱਡਣ ਦਾ ਦੂਸਰਾ ਵੱਡਾ ਕਾਰਨ ਇਹ ਬਣਾਇਆ ਕਿ ਕਿਤੇ ਨਾ ਕਿਤੇ ਜਿਹੜੀ ਮੋਰਲੀ ਲੀਡਰਸ਼ਿਪ ਆ, ਉਹ ਜਿਹੜੀ ਸਿੱਖ ਲੀਡਰਸ਼ਿਪ ਜੋ ਬਦਲਵੀਂ ਲੀਡਰਸ਼ਿਪ ਹੋ ਸਕਦੀ ਹੈ, ਉਹਦੇ ਲਈ ਸਪੇਸ ਦੇਣ ਨੂੰ ਤਿਆਰ ਨਹੀਂ ਹੈ ਜੀ ਤਾਂ ਫਿਰ ਸਾਹਿਬ ਕਿ ਉਹ ਵਕਾਲਤ ਕਰ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਵਧਾਇਆ ਜਾਵੇ। ਇਹੀ ਹੋ ਸਕਦਾ ਹੈ ਨਾ, ਜੇ ਮੈਂ ਗਲਤ ਨਹੀਂ। ਕਿਉਂਕਿ ਪੁਨਰ ਸੁਰਜੀਤ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦਾ ਜੇ ਸਮਝੌਤਾ ਨਹੀਂ ਹੋਇਆ ਤੇ ਉਹਦਾ ਇੱਕ ਵੱਡਾ ਕਾਰਨ ਅੰਮ੍ਰਿਤਪਾਲ ਸਿੰਘ ਸੀ ਨਾ, ਕਿਉਂਕਿ ਪੁਨਰ ਸੁਰਜੀਤ ਦੇ ਕੁਝ ਲੀਡਰ ਇਹ ਕਹਿ ਰਹੇ ਸੀਗੇ ਕਿ ਇਹਨਾਂ ਨੂੰ ਦਾਅਵੇਦਾਰ ਨਾ ਐਲਾਨਿਆ ਜਾਵੇ, ਚਿਹਰਾ ਨਾ ਬਣਾਇਆ ਜਾਵੇ ਅੰਮ੍ਰਿਤਪਾਲ ਸਿੰਘ ਨੂੰ, ਜਦ ਕਿ ਬਹੁਤ ਵੱਡਾ ਇੱਕ ਜਿਹੜਾ ਧੜਾ ਹੈ ਉਹ ਇਸ ਗੱਲ ਤੇ ਪਹਿਰਾ ਦਿੰਦਾ ਹੈ ਕਿ ਅੰਮ੍ਰਿਤਪਾਲ ਸਿੰਘ ਤੋਂ ਬਗੈਰ ਤੇ ਗਾਤੀ ਹੈ ਨਹੀਂਗੀ। ਜੀ ਸੋ ਇਸ ਕਰਕੇ ਹੁਣ ਦਿਲਚਸਪ ਇਹ ਰਹੇਗਾ ਕਿ ਕਦੋਂ ਐਲਾਨ ਹੁੰਦਾ ਹੈ। ਮੇਰੀ ਜਾਣਕਾਰੀ ਮੁਤਾਬਕ ਜੇ ਸਭ ਕੁਝ ਠੀਕ ਰਿਹਾ ਤਾਂ 1-2 ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਦੀ ਗੱਲਬਾਤ ਜਿਹੜੀ ਉਹ ਨੇਪਰੇ ਚੜ ਸਕਦੀ ਹੈ। ਤੇ ਦੂਜੀ ਗੱਲ ਕਿ ਜੇ ਮੰਨ ਲਓ ਇਹਨਾਂ ਦੀ ਗੱਲਬਾਤ ਨੇਪਰੇ ਚੜਦੀ ਹੈ, ਜੇ ਕਿਉਂਕਿ ਸਿਆਸਤ ਜੇ ਲਾ ਕੇ ਹੀ ਚੱਲਦੀ ਆ, ਮੰਨ ਲਓ ਜੇ ਤੇ ਗੱਲਬਾਤ ਟੁੱਟ ਗਈ ਫਿਰ ਤੇ ਕਹਿਣੀ ਕੀ। ਪਰ ਜੇਕਰ ਗੱਲ ਨੇਪਰੇ ਚੜਦੀ ਹੈ ਤਾਂ ਜੇ ਯਾਲੀ ਸਾਹਿਬ ਜਾਂਦੇ ਨੇ ਉਸ ਜਥੇਬੰਦੀ ਦੇ ਵਿੱਚ ਤਾਂ ਉਹਨਾਂ ਦਾ ਰੋਲ ਕੀ ਹੋਏਗਾ ਔਰ ਉਹਨਾਂ ਨੂੰ ਪ੍ਰਵਾਨਗੀ ਕੀ ਸਰਵ ਤੌਰ ਤੇ ਮਿਲ ਜਾਏਗੀ। ਇਹ ਇੱਕ ਵੱਡੀ ਗੱਲ, ਇਹ ਇੱਕ ਵੱਡੀ ਗੱਲ ਹੈ ਕਿ ਕੀ ਫਿਰ ਉਹ ਸਾਰੇ ਜਿਹੜੇ ਉਹਨਾਂ ਦੇ ਲੀਡਰ ਪ੍ਰਵਾਨ ਕਰ ਲੈਣਗੇ ਇਹਨਾਂ ਨੇ, ਤੇ ਜੇ ਪ੍ਰਵਾਨ ਕਰ ਲੈਂਦੇ ਨੇ ਫਿਰ ਗੁਰਪ੍ਰੀਤ ਇੱਕ ਕਿਤੇ ਨਾ ਕਿਤੇ ਕਹਿ ਲਓ ਕਿ ਇਹਨਾਂ ਦੇ ਕੋਲ ਆਪਣਾ ਬਹੁਤ ਵੱਡਾ ਸੁਪਨਾ ਹੋ ਸਕਦਾ ਹੈ ਕਿ ਜੇਕਰ ਅਸੀਂ 15-20 ਵਿਧਾਇਕ ਜਿਤਾ ਲਈਏ ਮਾਝਾ ਮਾਲਵਾ ਦੁਆਬਾ ਪਾ ਕੇ ਤਾਂ ਫਿਰ ਕਿੰਗ ਮੇਕਰ ਦੀ ਭੂਮਿਕਾ 'ਚ ਇਹ ਰਹਿ ਜਾਣਗੇ। ਔਰ ਕਿੰਗ ਮੇਕਰ ਹਮੇਸ਼ਾ ਇੱਕ ਡੀਲ ਤੇ ਜਾਂਦੇ ਹੁੰਦੇ ਆ ਔਰ ਉਹ ਡੀਲ ਫਿਰ ਡਨ ਹੋ ਕੇ ਰਹਿੰਦੀ ਆ। ਉਹਦੇ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ ਕੁਝ ਵੀ ਹੋ ਸਕਦਾ ਹੈ। ਹਾਲੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ, ਹਾਲੇ ਤੇ ਜੱਟ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ, ਉਹ ਵਾਲੀ ਗੱਲ ਹੋ ਜਾਂਦੀ ਹੈ। ਸੋ ਸੁਪਨੇ ਵੱਡੇ ਨੇ ਲੀਡਰਾਂ ਦੇ ਅੱਜ ਕੱਲ੍ਹ 2027 ਦੇ ਮੱਦੇ ਨਜ਼ਰ, ਪਰ ਸਟੈਪ ਵੀ ਵੱਡੇ ਨੇ ਉਹਨਾਂ ਵਾਸਤੇ। ਤਾਂ ਅੱਜ ਇੱਕ ਵੱਡਾ ਸਟੈਪ ਜਿਹੜਾ ਹੈ ਉਹ ਮਨਪ੍ਰੀਤ ਇਆਲੀ ਸਾਹਿਬ ਨੇ ਪੁੱਟ ਲਿਆ ਹੈ ਗੁਰਪ੍ਰੀਤ। ਜੀ ਵੇਖਾਂਗੇ ਹੁਣ ਅਗਲੇ ਸਫ਼ਰ ਤੇ ਜਦੋਂ ਨਿਕਲਦੇ ਨੇ ਉਹ ਸਫ਼ਰ ਕਿਹੋ ਜਿਹਾ ਰਹਿੰਦਾ, ਕਿੱਧਰ ਨੂੰ ਮੋੜਾ ਕੱਟਦੇ ਨੇ। ਖੈਰ ਅੱਗੇ ਵਧੀਏ ਤਾਂ ਗੱਲ SGPC ਦੀ ਕਰਦੇ ਹਾਂ। SGPC ਨੇ ਜਿਹੜਾ ਸੋਧਿਆ ਹੋਇਆ ਕਾਨੂੰਨ ਹੈ ਬੇਅਦਬੀ ਨੂੰ ਲੈ ਕੇ, ਸਤਿਕਾਰ ਨੂੰ ਲੈ ਕੇ, ਉਸ ਦੇ ਉੱਪਰ ਵੱਡਾ ਇਕੱਠ ਸੱਦ ਲਿਆ। ਆਹ ਵੱਡਾ ਇਕੱਠ ਸੱਦ ਲਿਆ ਹੈ ਬਾਬਾ ਬਕਾਲਾ ਵਿਖੇ ਮੇਰੇ ਖਿਆਲ ਦੇ ਨਾਲ। ਇਹ ਵੀ ਇੱਕ ਖਬਰ ਅੱਜ ਦੀ ਬਹੁਤ ਵੱਡੀ ਖਬਰ ਹੈ ਗੁਰਪ੍ਰੀਤ, ਇਹ ਛੋਟੀ ਖਬਰ ਨਹੀਂ ਹੈ। ਇਹ ਵੀ ਪੰਥਕ ਸੱਥ ਦੀ ਬਹੁਤ ਵੱਡੀ ਖਬਰ ਹੈ ਜੀ ਜੇ ਆਪਾਂ ਵੇਖੀਏ। ਕਿਉਂਕਿ ਦੇਖੋ ਆਪਾਂ ਹੁਣੇ ਗੱਲ ਕਰਕੇ ਹਟੇ, ਅੱਜ ਪੰਥਕ ਰਾਜਨੀਤੀ ਦੀ ਘੱਟੋ ਘੱਟ ਹਲਚਲ ਤੇ ਹੈ, ਇਹ ਤੇ ਮੰਨਣਾ ਪਊ। ਮੈਂ ਤਾਂ ਅੱਗੇ ਕਹਿਣਾ ਕਿ ਉਹ ਹਲਚਲ ਆਪਦੀ ਜਿਹੜੀ ਆ ਨਾ ਬਾਈ ਸਾਂਭ ਲਓ। ਜੇ ਭਾਜਪਾ ਇੱਥੇ ਜੰਮ ਗਈ, ਰੀਜਨਲ ਫੋਰਸਸ ਲੱਭਣੀਆਂ ਨਹੀਂ ਜੇ, ਤੁਹਾਨੂੰ ਕਿਸੇ ਨੇ ਬੇਰਾ ਵੱਟੇ ਨਹੀਂ ਪੁੱਛਣਾ, ਉਹਨਾਂ ਨੇ ਤੁਹਾਨੂੰ ਬਿਲਕੁਲ ਲਤਾੜ ਕੇ ਲੰਘ ਜਾਣਾ। ਸੋ ਇਸ ਕਰਕੇ ਹੁਣ ਤੇ ਚਰਚਾ ਹੋ ਰਹੀ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਬਈ ਇਹ ਜਿਹੜਾ ਬੇਅਦਬੀ ਕਾਨੂੰਨ ਇਹਨਾਂ ਨੇ ਲਿਆਂਦਾ, ਸੋਧ ਕੇ ਬਣਾਇਆ, ਉਹਦੇ ਤੇ ਇਕੱਠ ਇਹਨਾਂ ਨੇ ਬੁਲਾਇਆ ਹੈ। ਤੇ ਇਹ ਇਕੱਠ 31 ਮਈ ਨੂੰ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਹੋਏਗਾ। ਤੇ ਇਹਦੇ ਵਿੱਚ 2 ਚੀਜ਼ਾਂ ਅਹਿਮ ਨੇ। ਅੱਜ ਐਡਵੋਕੇਟ ਕੁਲਦੀਪ ਸਿੰਘ ਧਾਮੀ, ਨਹੀਂ ਸੌਰੀ ਇਹਨਾਂ ਦਾ ਨਾਮ ਤਾਂ ਮੇਰੇ ਖਿਆਲ ਦੇ ਨਾਲ ਮੈਂ ਗਲਤ ਲੈ ਦਿੱਤਾ ਹੈ, ਇਹਨਾਂ ਦਾ ਨਾਮ ਹਰਜਿੰਦਰ ਸਿੰਘ ਧਾਮੀ ਹੈ ਜੀ, ਬਿਲਕੁਲ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਪ੍ਰਧਾਨ ਨੇ ਜਿਹੜੇ SGPC ਦੇ, ਉਹਨਾਂ ਨੇ ਦੱਸਿਆ ਕਿ ਦੇਖੋ ਸਾਨੂੰ ਕਾਨੂੰਨ ਨਾਲ ਕੋਈ ਪ੍ਰੋਬਲਮ ਨਹੀਂ ਹੈ, ਕਾਨੂੰਨ ਸਖਤ ਬਣ ਜਾਵੇ, ਸਾਨੂੰ ਉਹਦੇ ਨਾਲ ਕੋਈ ਸਮੱਸਿਆ ਨਹੀਂ ਹੈ ਜੀ। ਤੇ ਨਾ ਹੀ ਅਸੀਂ ਇਹ ਕੋਈ ਇਕੱਠ ਕਿਸੇ ਟਕਰਾਓ ਦੇ ਲਈ ਜਾਂ ਕਹਿ ਲਓ ਕਿ ਕੋਈ ਭੇਡ ਦੇ ਲਈ ਸੱਦ ਰਹੇ ਆ, ਬਲਕਿ ਸਿੱਖ ਸੰਸਥਾਵਾਂ ਦੀ ਜੋ ਖੁਦ ਮੁਖਤਿਆਰੀ ਤੇ ਧਾਰਮਿਕ ਅਧਿਕਾਰਾਂ ਦੀ ਜਿਹੜੀ ਰੱਖਿਆ ਦੀ ਜ਼ਿੰਮੇਵਾਰੀ ਆ, ਉਹਨੂੰ ਨਿਭਾਉਣ ਵਾਸਤੇ ਸੱਦਿਆ ਜਾ ਰਿਹਾ ਜੀ। ਉਹਦੇ ਚੋਂ ਕਹਿੰਦੇ ਨੇ ਕਿ ਦੇਖੋ 2 ਸਾਨੂੰ ਕਾਨੂੰਨੀ ਮੱਦਾਂ ਤੇ ਇਤਰਾਜ਼ ਹੈ, ਕਿਉਂਕਿ ਉਹ ਐਡਵੋਕੇਟ ਨੇ। ਉਹਨਾਂ ਨੇ ਕਿਹਾ ਕਿ ਦੇਖੋ ਪਹਿਲਾ ਮੱਦ ਇਹ ਹੈ ਕਿ ਪਾਵਨ ਸਰੂਪਾਂ ਦੀ ਦੇਖ ਰੇਖ ਕਰਨ ਵਾਲੇ ਵਿਅਕਤੀ ਤੇ ਕਾਰਵਾਈ ਦੀ ਗੱਲ ਕਹੀ ਗਈ। ਇਹ ਹੈ ਕਸਟੋਡੀਅਨ ਸ਼ਬਦ ਜਿਹੜਾ ਇਸਤੇਮਾਲ ਕੀਤਾ ਗਿਆ। ਇਹਨੂੰ ਲੈ ਕੇ ਕਾਫੀ ਤੌਖਲੇ ਨੇ ਗੁਰਪ੍ਰੀਤ,
ਚਾਹੇ ਉਹ ਕਹਿ ਲਓ ਕਿ ਗੁਰੂ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲੇ ਲੋਕ ਹੋਣ, ਚਾਹੇ ਗੁਰੂ ਸਾਹਿਬ ਦੀ ਪੱਕੀ ਸੇਵਾ ਨਿਭਾਉਂਦੇ ਗ੍ਰੰਥੀ ਸਿੰਘ ਹੋਣ, ਕਈਆਂ ਦੇ ਤੌਖ ਨੇ। ਦੂਸਰਾ ਮਤ ਜਿਹੜਾ ਹੈ ਉਹ ਹੈ ਕਿ ਇਹਨਾਂ ਨੇ 1 ਮਹੀਨੇ ਦੇ ਵਿੱਚ ਇਹ ਆਖਿਆ ਕਿ ਸਾਰੇ ਪਾਵਨ ਸਰੂਪਾਂ ਦਾ ਪੂਰਾ ਰਿਕਾਰਡ ਵੈਬਸਾਈਟ ਤੇ ਪਾਓ। ਯਾਨੀ ਇੱਕ ਤਰ੍ਹਾਂ ਨਾਲ ਐਸਜੀਪੀਸੀ ਨੂੰ, ਜਿਹੜੀ ਖੁਦ ਕਹਿ ਲਓ ਕਿ ਖੁਦ ਮੁਖਤਿਆਰ ਸੰਸਥਾ ਹੈ, ਉਸ ਨੂੰ ਰੈਗੂਲੇਟ ਕਰ ਦਿੱਤਾ ਗਿਆ ਹੈ। ਤਾਂ ਇਹ 2 ਮੱਦ ਨੇ ਕਹਿੰਦੇ ਕਿ ਜਿਨ੍ਹਾਂ ਤੇ ਸਾਨੂੰ ਇਤਰਾਜ਼ ਹੈ, ਤੇ ਇਸੇ ਵਾਸਤੇ ਹੁਣ ਚਿੰਤਨ ਮੰਥਨ ਜਿਹੜਾ ਅੱਗੇ ਵਧੇਗਾ। ਤੇ ਅਲਟੀਮੇਟਲੀ ਗੁਰਪ੍ਰੀਤ, ਆਪਾਂ ਜਿਹੜੀ ਗੱਲ ਦਾ ਕਿਆਫਾ ਲਾਉਨੇ ਆ ਕਿ ਅਸਲ ਦੇ ਵਿੱਚ ਜੇ ਤੇ ਸਰਕਾਰ ਹੁਣ ਝੁਕਦੀ ਹੈ ਤੇ ਸਰਕਾਰ ਦੇ ਪੱਲੇ ਕੱਖ ਨਹੀਂ ਰਹਿਣਾ। ਜੇ ਮੰਨ ਲਓ ਇਹ ਇਸ ਕਾਨੂੰਨ ਨੂੰ ਰੱਦ ਕਰ ਦਿੰਦੇ ਨੇ, ਚਾਹੇ ਉਹ ਸੰਸਥਾਵਾਂ ਦੇ ਤੌਰ ਤੇ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਹੁਕਮ ਦਿੰਦਾ ਹੈ, ਤਾਂ ਫਿਰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਮਤਭੇਦ ਰਹਿ ਜਾਏਗਾ। ਕਿਉਂਕਿ ਕਾਨੂੰਨੀ ਚੈਲੰਜ ਆਪਣੀ ਜਗ੍ਹਾ ਤੇ ਆ, ਤਾਂ ਧਾਰਮਿਕ ਅਦਾਲਤ ਦੇ ਵਿੱਚ ਵੀ ਕਿਤੇ ਨਾ ਕਿਤੇ ਅਸਹਿਮਤੀ ਹੋ ਜਾਏਗੀ। ਸੋ ਅਲਟੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ ਹਾਲੇ ਤੱਕ ਇਸ ਕਾਨੂੰਨ ਨੂੰ ਨਾ ਤੇ ਕਾਨੂੰਨੀ ਤੌਰ ਤੇ ਮੋਹਰ ਲੱਗੀ ਆ ਹਾਈ ਕੋਰਟ ਦੀ, ਸੁਪਰੀਮ ਕੋਰਟ ਦੀ, ਤੇ ਨਾ ਹੀ ਇਹਨੂੰ ਧਾਰਮਿਕ ਅਦਾਲਤ ਚੋਂ ਪੂਰਨ ਤੌਰ ਤੇ ਮਾਨਤਾ ਮਿਲੀ ਹੈ। ਦੋਵੇਂ ਚੀਜ਼ਾਂ ਨੇ, ਦੇਖਣਾ ਹੋਏਗਾ ਅੱਗੇ ਕੀ ਭਵਿੱਖ ਰਹਿੰਦਾ। ਪਰ ਮੇਰੇ ਖਿਆਲ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਇਹਦੇ ਵਿੱਚ ਹੁਣ ਜ਼ਿਆਦਾ ਜੇ ਸੋਧ ਕਰੇਗੀ ਤੇ ਉਹ ਆਪ ਬਿਲਕੁਲ ਇਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਘਿਰ ਜਾਏਗੀ। ਜੀ ਬਿਲਕੁਲ। ਸੋ ਇੱਧਰ ਜਥੇਦਾਰ ਹੋਣਾ ਦੀ ਵੀ ਮੈਂ ਸਪੀਚ ਸੁਣ ਰਿਹਾ ਸੀ, ਉਹ ਕਹਿੰਦੇ ਨੇ ਵੀ ਜਥੇਦਾਰ ਸਿਆਸੀ ਹੁੰਦੇ ਨੇ, ਕਿਉਂਕਿ ਸਵਾਲ ਚੱਕਦੇ ਨੇ ਨਾ ਮੁੱਖ ਮੰਤਰੀ ਸਾਹਿਬ ਵੀ ਭਾਈ ਇਹ ਤਬਦੂਲੀਆਂ ਹੁਣ ਨਹੀਂ ਹੋਣੀਆਂ। ਜਥੇਦਾਰ ਸਾਹਿਬ ਕਹਿੰਦੇ ਵੀ ਜਥੇਦਾਰ ਸਿਆਸੀ ਹੁੰਦਾ, ਮਾਲਾ ਫੇਰਨ ਨੂੰ ਥੋੜੀ ਰੱਖਿਆ ਹੁੰਦਾ। ਖੈਰ ਦੇਖਦੇ ਆ ਹੁਣ ਉਦੋਂ ਇਹ ਤਾਂ ਮੇਰੀ ਪੀੜੀ ਦਾ ਸਿਧਾਂਤ ਹੈ। ਬਿਲਕੁਲ, ਅਕਾਲੀ ਦਲ ਪਾਰਟੀ ਹੀ ਇੱਥੋਂ ਨਿਕਲੀ ਹੈ ਨਾ। ਆਪਾਂ ਅਕਾਲੀ ਗੁਰਪ੍ਰੀਤ, ਅਕਾਲੀ ਕੱਲਾ ਬਾਦਲ ਦਲ ਨੂੰ ਨਾ ਵੇਖੀਏ ਕਿ ਉਹ ਅਕਾਲੀ ਨੇ। ਜੀ ਨਹੀਂ, ਇਹ ਤੇ ਚਲੋ ਅਕਾਲੀ ਦਲ ਦੀ ਇੱਕ ਚਾਖ ਹੈ। ਤਾਂ ਅਕਾਲੀ ਦਲ ਦੀ ਜਿਹੜੀ ਬੁਨਿਆਦ ਹੈ, ਜੜ ਹੈ, ਜਿਸ ਨੂੰ ਇਹ ਕਹਿੰਦੇ ਸਨ ਮੁੱਖ ਮੰਤਰੀ ਸਾਹਿਬ, ਬੜੇ ਬੇਹੂਦਾ ਬਿਆਨ ਦਿੱਤੇ ਨੇ ਇਹਨਾਂ ਨੇ। ਇਹਨਾਂ ਦੇ ਬਿਆਨ ਇਤਿਹਾਸ ਦੇ ਵਿੱਚ ਰਿਕਾਰਡ ਹੋਣਗੇ। ਇਹਨਾਂ ਨੇ ਕਿਹਾ ਸੀਗਾ ਕਿ 1920 ਚ ਬਣਿਆ ਅਕਾਲੀ ਦਲ 2019 ਚ ਖਤਮ ਹੋ ਜਾਊਗਾ। ਅੱਜ 7 ਸਾਲ ਬਾਅਦ ਫੇਰ ਇਹ ਸੁਖਬੀਰ ਕਰਦੇ ਫਿਰਦੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਕਾਲੀ ਮੀਰੀ ਪੀਰੀ ਦੇ ਸਿਧਾਂਤ ਚੋਂ ਹੀ ਨਿਕਲੀ ਇੱਕ ਸਿਆਸੀ ਤਨਜ਼ੀਮ ਹੈ ਨਾ, ਉਸ ਵੇਲੇ ਜ਼ਰੂਰਤ ਸੀ। ਜੀ ਬਿਲਕੁਲ। ਤੇ ਇਹਨਾਂ ਦੇ ਸੰਘਰਸ਼ ਦੀ ਇੱਕ ਗਾਥਾ ਹੈ। ਅਕਾਲੀਆਂ ਦੇ ਮੋਰਚਿਆਂ ਬਾਰੇ ਕਿਤੇ ਕਿਤਾਬ ਪੜ੍ਹ ਕੇ ਦੇਖਿਓ, ਇਹਨਾਂ ਦੀ ਆਪਣੀ ਸੰਘਰਸ਼ ਦੀ ਇੱਕ ਗਾਥਾ ਹੈ। ਇਹਨਾਂ ਨੇ ਤੇ ਪੂਰੇ ਇੰਡੀਆ ਦੇ ਵਿੱਚ ਸਿਆਸੀ ਲਹਿਰ ਦਾ ਰੂਪ ਰੇਖਾ ਹੀ ਬਦਲ ਦਿੱਤੀ, ਨਕਸ਼ ਨੂੰ ਆਂਦਰਾ ਹੀ ਬਦਲ ਦਿੱਤਾ ਸਰ। ਉਹ ਤਾਂ ਅਕਾਲੀ ਸ਼ਬਦ ਨੂੰ ਹੀ ਮਾੜਾ ਬੋਲਦੇ ਰਹਿੰਦੇ ਨੇ ਭਾਈ। ਅਕਾਲੀ ਸ਼ਬਦ ਕਿਤੇ ਛੋਟਾ ਹੈ। ਮੈਂ ਬੇਹੂਦਾ ਤਾਂ ਹੀ ਉਹਨਾਂ ਵਾਸਤੇ ਇੱਕ ਸ਼ਬਦ ਇਸਤੇਮਾਲ ਕੀਤਾ ਹੈ ਕਿ ਉਹ ਬੇਹੂਦੀਆਂ ਗੱਲਾਂ ਕਰਦੇ ਰਹਿੰਦੇ, ਬੇਤੁਕੀਆਂ। ਹਾਂ ਠੀਕ ਹੈ, ਉਹਦੇ ਵਿੱਚ ਕੁਝ ਸਿਆਸਤਦਾਨ, ਚਾਹੇ ਸੁਖਬੀਰ ਸਿੰਘ ਬਾਦਲ ਹੈ, ਵਿਕਰਮ ਮਜੀਠੀਆ, ਤੁਸੀਂ ਜਿਸ ਦੀ ਆਲੋਚਨਾ ਕਰਨੀ ਆਜ਼ਾਦ ਹੋ, ਤੁਸੀਂ ਕਰੋ। ਪਰ ਅਕਾਲੀ ਦਲ ਨੂੰ ਕਹਿ ਦੇਣਾ ਕਿ ਖਤਮ ਨਹੀਂ, ਅਕਾਲੀ ਦਲ ਕਦੇ ਖਤਮ ਨਹੀਂ ਹੁੰਦਾ। ਹੁਣ ਵਾਰਸ ਪੰਜਾਬ ਦੇ ਤੋਂ ਕਾਹਤੋਂ ਡਰੀ ਜਾਂਦੇ ਹੋ? ਆ ਗਏ ਨਾ ਅਕਾਲੀ ਮੈਦਾਨ, ਉਹ ਵੀ ਅਕਾਲੀ ਨੇ। ਬਿਲਕੁਲ, ਅਕਾਲੀ ਨੇ ਸਾਰੇ, ਚਾਹੇ ਉਹ ਅਕਾਲੀ ਦਲ ਅੰਮ੍ਰਿਤਸਰ ਵਾਲੇ ਹੋਣ, ਉਹ ਅਕਾਲੀ ਰਹਿਣਗੇ। ਅਕਾਲੀਆਂ ਨੂੰ ਕਿਵੇਂ ਖਤਮ ਕਰੋਗੇ ਸਰ ਤੁਸੀਂ? ਇਹ ਤਾਂ ਮੈਂ ਤਾਂ ਹੀ ਕਹਿ ਰਿਹਾ ਕਿ ਅਕਾਲੀ ਅੱਜ ਇਕੱਠੇ ਹੋ ਜਾਣ, ਇਹ ਤੇ ਭਾਜਪਾ ਨੂੰ ਵੀ ਦੰਬੜ ਦੇਣਗੇ। ਇੱਥੇ ਸਾਰੇ ਇਕੱਠੇ ਹੋ ਜਾਣ, ਅਕਾਲੀ ਅੰਮ੍ਰਿਤਸਰ ਇਕੱਠਾ ਹੋ ਜਾਵੇ, ਵਾਰਸ ਪੰਜਾਬ ਦੇ ਇਕੱਠੇ ਹੋ ਜਾਣ, ਪੁਨਰ ਸੁਰਜੀਤ ਵਾਲੇ, ਅਕਾਲੀ ਦਲ ਬਾਦਲ ਵਾਲੇ ਵੀ ਇੱਕ ਵਾਰੀ ਕਮੇਟੀ ਬਣਾ ਲਓ, ਫਿਰ ਵੇਖ ਲਾਂਗੇ ਕਿਹੜਾ ਮੁੱਖ ਮੰਤਰੀ ਬਣਦਾ। ਤੇ 11 ਮੈਂਬਰੀ ਇਹ ਕਮੇਟੀ ਅੱਗੇ ਲਾ ਦੇਣੇ। ਅੱਜ ਸਾਰਿਆਂ ਨੂੰ ਉਂਝ ਦੇਣਗੇ। ਇਹ ਕਿੱਥੇ ਤੁਰੇ ਫਿਰਦੇ ਨੇ ਮਾਨਸਾਪੁਰੀ। ਜੀ ਸੋ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਅੱਜ ਪਾਵਰਕਾਮ ਦੇ ਸਾਬਕਾ ਸੀਐਮਡੀ ਹੁਣਾਂ ਦੀ ਗ੍ਰਿਫਤਾਰੀ ਹੋਈ ਹੈ। ਕਿਸ ਮਾਮਲੇ 'ਚ ਇਹਨਾਂ ਨੂੰ ਕੀਤਾ ਗਿਆ ਜੀ ਗ੍ਰਿਫਤਾਰ? ਗੁਰਪ੍ਰੀਤ, ਮਾਮਲਾ ਤੇ ਕੋਈ ਐਡਾ ਖਾਸ ਵੱਡਾ ਮੈਨੂੰ ਜਾਪਿਆ ਨਹੀਂ। ਗ੍ਰਿਫਤਾਰੀ ਹਮੇਸ਼ਾ ਚਲੋ ਛੋਟੇ ਮਾਮਲੇ 'ਚ ਨਹੀਂ ਹੁੰਦੀ, ਪਰ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਗਾਂ ਅਕਾਲੀਆਂ ਤੇ ਗਾਸ ਡਿੱਗ ਸਕਦੀ ਹੈ। ਕਿਉਂਕਿ ਜਿਹੜੇ ਇਹ ਹੁੰਦੇ ਸਨ KD ਚੌਧਰੀ, ਬੜੇ ਪਾਵਰਫੁਲ ਇਨਸਾਨ ਸੀਗੇ ਅਕਾਲੀ ਰਾਜ ਦੇ ਵਿੱਚ। ਤੂਤੀ ਬੋਲਦੀ ਸੀ ਸਰ, ਜਿੱਦਾਂ ਖੇਤੀ ਡਿਪਾਰਟਮੈਂਟ 'ਚ ਮੰਗਲ ਜੀ ਦੀ ਪੂਰੀ ਤੂਤੀ ਬੋਲਦੀ ਸੀ ਨਾ, ਸੰਧੂ ਸਾਹਿਬ ਦੀ, ਯਾਦ ਹੋਣਾ ਤੁਹਾਨੂੰ। ਮੇਰੇ ਪਿੰਡ ਦੇ ਹੀ ਨੇ ਉਹ, ਪੱਕੀ ਟਿੱਬੀ ਦੇ ਨਾਲ ਪਿੰਡ ਆ।
ਤੇ ਇਦਾਂ ਹੀ ਆ। ਸੋ ਕਹਿਣ ਦਾ ਭਾਵ ਇਹ ਆ ਕਿ CMD ਹੁੰਦੇ ਸਨ, ਬੜੇ ਬੜੇ ਜ਼ਬਰਦਸਤ ਅਫਸਰ ਸੀਗੇ। ਜਾਨੀ ਬਾਦਲ ਦੇ ਜਿਹੜੇ ਅਨਮੋਲ ਰਤਨ ਸੀਗੇ ਨਾ, ਵੱਡੇ ਬਾਦਲ ਦੇ, ਉਹਨਾਂ ਦੇ ਵਿੱਚੋਂ ਇੱਕ ਸਾਡੇ। ਜੀ ਤੇ ਇਹਨਾਂ ਤੇ ਦੋਸ਼ ਆ ਕਥਿਤ ਤੌਰ ਤੇ ਕਿ ਇਹਨਾਂ ਨੇ ਇੱਕ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਦਿਆਂ ਨਿੱਜੀ ਹਾਊਸਿੰਗ ਕਲੋਨੀ ਵਸੰਤ ਸਿਟੀ ਦੇ ਵਿੱਚ 10 ਕਰੋੜ ਰੁਪਏ ਦਾ ਸਰਕਾਰੀ ਫੰਡ ਖਰਚ ਕੇ 66 ਕੇਵੀ ਦਾ ਸਬ ਸਟੇਸ਼ਨ ਲਗਵਾਇਆ ਸੀਗਾ। ਜਾਂਚ ਜੀ ਦੇ ਅਨੁਸਾਰ ਨਿਯਮਾਂ ਦੇ ਤਹਿਤ ਸਬ ਸਟੇਸ਼ਨ ਨੂੰ ਲਾਉਣ ਲਈ ਪੂਰਾ ਖਰਚਾ ਬਿਲਡਰ ਨੇ ਖੁਦ ਚੁੱਕਣਾ ਸੀਗਾ, ਲੇਕਿਨ ਕਥਿਤ ਤੌਰ ਤੇ ਦੋਸ਼ ਹੈ ਕਿ ਤਤਕਾਲੀ ਐਕਸੀਅਨ ਸੰਜੀਵ ਪ੍ਰਭਾਕਰ ਤੇ ਉਸ ਸਮੇਂ ਦੇ PSPCL CMD KD ਚੌਧਰੀ ਨੇ ਮਹਿਕਮੇ ਦੇ ਫੰਡ ਦਾ ਇਹ ਇਸਤੇਮਾਲ ਕੀਤਾ, ਜਿਹੜਾ ਕਿ ਗੈਰ ਜ਼ਰੂਰੀ ਸੀਗਾ, ਗੈਰ ਵਿਧਾਨਕ ਸੀਗਾ। ਵਿਜੀਲੈਂਸ ਦੀ ਜਾਂਚ ਦੇ ਵਿੱਚ PSPCL ਦੇ ਅਧਿਕਾਰੀਆਂ ਤੇ ਬਿਲਡਰਾਂ ਦੇ ਵਿੱਚ ਮਿਲੀ ਭਗਤ ਦੀ ਗੱਲ ਆਈ ਆ। ਵੇਖੋ ਬਈ, ਆ ਗਿਆ ਮਾਮਲਾ ਹੈ ਕਿ ਇੱਕ 66 ਕੇਵੀ ਦਾ ਸਬ ਸਟੇਸ਼ਨ ਇਹਨਾਂ ਨੇ ਐਸਟੈਬਲਿਸ਼ ਕਰਨਾ ਸੀ, ਪਰ ਉਹਦਾ ਪੂਰਾ ਖਰਚਾ ਕਿੰਨੇ ਦੇਣਾ ਸੀ? ਬਿਲਡਰਸ ਨੇ, ਜੀ ਕਲੋਨਾਈਜ਼ਰ ਨੇ। ਤਾਂ ਗੱਲ ਇਹ ਆ ਕਿ ਉਹ ਜਿਹੜਾ NOC ਵਗੈਰਾ ਹੁੰਦਾ, ਸਾਰਾ ਕੁਝ ਉਹ ਕਲੋਨਾਈਜ਼ਰ ਹੀ ਚੱਕਦਾ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸਾਰਾ ਕੁਝ ਮਿਲੀ ਭਗਤ ਦੇ ਨਾਲ ਹੋਇਆ, ਤੇ ਹੁਣ KD ਚੌਧਰੀ ਜਿਹੜੇ ਆ ਉਹ ਲੰਮੇ ਸਮੇਂ ਬਾਅਦ ਇੱਕ ਵਾਰੀ ਫਿਰ ਮੁਸ਼ਕਲਾਂ 'ਚ ਫਸ ਗਏ ਆ। ਜਾਣਕਾਰੀ ਦੇ ਅਨੁਸਾਰ ਕਿ ਸਾਲ 2017 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ PSPCL ਦੇ ਚੇਅਰਮੈਨ ਕਮ ਮੈਨੇਜਰ ਡਾਇਰੈਕਟਰ ਅਹੁਦੇ ਤੋਂ ਜਿਹੜੇ ਜੁੜੇ ਨਿਯਮ ਸੀ, ਉਹਨਾਂ ਦੇ ਵਿੱਚ ਬਦਲਾਵ ਕੀਤਾ ਸੀਗਾ। ਤੇ ਉਸ ਸਮੇਂ KD ਚੌਧਰੀ ਇਸ ਅਹੁਦੇ ਤੇ ਤੈਨਾਤ ਸਨ ਤੇ ਉਹਨਾਂ ਨੂੰ ਅਕਾਲੀ ਦਲ ਦੀ ਸਰਕਾਰ ਦਾ ਕਰੀਬੀ ਮੰਨਿਆ ਜਾਂਦਾ ਸੀ। ਮੈਂ ਜਿਵੇਂ ਤੁਹਾਨੂੰ ਦੱਸਿਆ ਉਹ ਸੀਗੇ ਵੀ, ਫਿਰ ਇਹਨਾਂ ਨੂੰ ਹਟਾਉਣ ਵਾਸਤੇ। ਜੀ ਤਾਂ ਮਤਲਬ ਨਿਯਮ ਬਦਲੇ ਗਏ, ਤੇ ਫਿਰ ਇਹ ਸੀਗਾ ਕਿ ਮੁੱਖ ਰੂਪ ਦੇ ਵਿੱਚ ਜਿਹੜਾ ਪਹਿਲਾਂ ਟੈਕਨੋਕ੍ਰੇਟ ਤੱਕ ਸੀਮਤ ਸੀਗਾ, ਉਹਦੇ ਲਈ ਫਿਰ ਇਹਨਾਂ ਨੇ ਚੀਫ ਸੈਕਟਰੀ ਜਾਂ ਉਸਦੇ ਉੱਪਰ ਦਾ ਰੈਂਕ ਦਾ ਕੋਈ IS ਅਧਿਕਾਰੀ ਵੀ ਲਾਉਣ ਦਾ ਦਰਵਾਜ਼ਾ ਖੋਲ ਦਿੱਤਾ ਸੀ। ਸ਼ਰਤ ਇਹ ਰੱਖੀ ਸੀ ਕਿ ਬਿਜਲੀ ਦੇ ਖੇਤਰ ਦੇ ਵਿੱਚ ਉਹਦਾ ਤਜਰਬਾ ਜਿਹੜਾ ਹੈ ਉਹ ਹੋਣਾ ਚਾਹੀਦਾ। ਬਸ ਉਹ ਕਹਿਣ ਦਾ ਮਤਲਬ ਕਿ ਚੌਧਰੀ ਸਾਹਿਬ ਏਡੇ ਪਾਵਰਫੁਲ ਸੀ ਕਿ ਕਾਂਗਰਸ ਸਰਕਾਰ ਨੂੰ ਇਹਨਾਂ ਨੂੰ ਹਟਾਉਣ ਵਾਸਤੇ ਨਿਯਮਾਂ 'ਚ ਤਬਦੀਲੀ ਕਰਨੀ ਪਈ। ਇਹਦਾ ਮਤਲਬ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਜੇ ਇਹਨਾਂ ਨੂੰ ਫੜਿਆ, ਤਾਂ ਹੋ ਸਕਦਾ ਹੈ ਕਿ ਇਹ ਗਾਜ਼ ਅੱਗੇ ਕੁਝ ਅਕਾਲੀ ਲੀਡਰਾਂ ਤੱਕ ਵੀ ਚਲੇ ਜਾਵੇ। ਜਾਂ ਉਹ ਬਿਲਡਰਸ ਕਿਹੜੇ ਸੀਗੇ, ਕੀ ਉਹ ਬਿਲਡਰਸ ਅਕਾਲੀ ਦਲ ਦੇ ਕੁਝ ਨੇੜੂ ਤਾਂ ਨਹੀਂ, ਸੁਖਬੀਰ ਬਾਦਲ ਦੇ ਨੇੜੂ ਤਾਂ ਨਹੀਂ? ਤੇ ਜੇ ਨੇੜੂ ਆ, ਫਿਰ ਤੁਸੀਂ ਸਮਝ ਲਓ ਕਿ ਗੇੜੂ ਬਣ ਜਾਊਗਾ। ਤੋ ਇਹ ਆਪਣੇ ਆਪ ਦੇ ਵਿੱਚ ਇੱਕ ਸਸਪੈਂਸ ਹੈ। ਵਿਜੀਲੈਂਸ ਨੇ ਸਸਪੈਂਸ ਰੱਖਿਆ, ਪਰ ਗ੍ਰਿਫਤਾਰੀਆਂ ਵੱਡੀਆਂ ਹੋਈਆਂ ਨੇ ਜੀ। ਜੀ ਜੀ ਇਸ ਤੋਂ ਇਹ ਅੱਗੇ ਜੇਕਰ ਗ੍ਰਿਫਤਾਰੀਆਂ ਐ ਨਾ ਕਿ 2 ਗ੍ਰਿਫਤਾਰੀਆਂ ਹੋਰ ਵੀ ਹੋਈਆਂ KD ਚੌਧਰੀ ਜੀ ਦੇ ਨਾਲ। ਹਾਂਜੀ ਹਾਂਜੀ ਜੀ ਜੀ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਗੱਲ ਬਿੱਟੂ ਹੁਣਾਂ ਦੀ ਕਰਦੇ ਆ। ਬਿੱਟੂ ਹੁਣੀ ਵੀ ਤੰਜ਼ ਕੱਸਣ ਲੱਗਿਆ ਚਿਰ ਨਹੀਂ ਲਾਉਂਦੇ। ਇਧਰੋਂ ਮਾਨ ਹੁਣਾਂ ਵਾਲਾ ਹੀ ਕੰਮ ਆ ਉਹਨਾਂ ਦਾ ਵੀ, ਉਹ ਵੀ ਚੱਕ ਕੇ ਰੱਖਦੇ ਨੇ। ਕਹਿੰਦੇ ਮਾਨ ISI ਦਾ ਏਜੰਟ ਹੈ। ਦੇਖੋ ਹੁਣ ਯਾਰੀ ਟੁੱਟੀ ਤੋਂ ਕੱਢੇ ਤੂੰ ਸਾਨੂੰ ਗਾਲਾਂ, ਕੱਢੇ ਤੂੰ ਸਾਨੂੰ ਗਾਲਾਂ, ਤੇ ਲੱਗੀ ਵੇਲੇ ਰੱਬ ਹੁੰਦੇ ਸੀ ਬਾਈ। ਦੋਵਾਂ ਦਾ ਬੰਗਲਾ ਨਾਲ ਨਾਲ। ਮੈਂ ਤੁਹਾਨੂੰ ਦੋਨਾਂ ਬਾਰੇ ਜਾਣਦਾ, ਦੋਨੇ ਹੀ ਆਪਣੇ ਜਾਣੂ ਨੇ ਕਿਸੇ ਸਮੇਂ ਦੇ। ਦੋਨਾਂ ਦਾ ਬੜਾ ਪਿਆਰ ਸੀ, ਸ਼ਾਮ ਢਲਦਿਆਂ ਪਿਆਰ ਹੋਰ ਵੀ ਵੱਧ ਜਾਂਦਾ ਸੀ, ਮੈਨੂੰ ਤੇ ਸਾਰਾ ਪਤਾ ਹੈ ਜੀ। ਜੀ ਤਾਂ ਹੁਣ ਇਦਾਂ ਦੀਆਂ ਗੱਲਾਂ ਕਰਦੇ ਠੀਕ ਨਹੀਂ ਲੱਗਦੇ। ਯਾਰੀ ਟੁੱਟ ਗਈ ਤਾਂ ਕੋਈ ਗੱਲ ਨਹੀਂ, ਪਰ ਰੁਸਵਾ ਨਹੀਂ ਕਰੀਦਾ ਭਾਈ। ISI ਦੇ ਏਜੰਟ ਨੇ ਮਾਨ ਸਾਹਿਬ, ਤੇ ਤੁਸੀਂ ਇਨਕੁਆਇਰੀ ਕਰਾ ਲਓ ਉਹਨਾਂ ਦੀ। ਜੀ ਉਹ ਜਿਵੇਂ ਪੰਨੂ ਸਾਹਿਬ ਅੱਜ ਕਹਿ ਰਹੇ ਸੀ ਪੁਲਵਾਮਾ ਵਾਲਾ ਹਮਲਾ, ਉਹਦੀ ਇਨਕੁਆਇਰੀ ਦਾ ਕੀ ਬਣਿਆ, ਫਲਾਣੇ ਦਾ ਕੀ ਇਨਕੁਆਇਰੀ ਦਾ ਬਣਿਆ, ਵੀ ਤੁਹਾਡੀਆਂ ਇਨਕੁਆਇਰੀਆਂ ਦਾ ਕੀ ਬਣਿਆ? ਤੁਸੀਂ ਦੋਨੇ ਇੱਕੋ ਜਿਹੇ ਜੇ, ਦੋਨੇ ਧਿਰਾਂ ਇੱਕੋ ਜਿਹੀਆਂ ਹੋ ਜੂ ਹੁਣੇ ਨਵੇੜਾ। ਤੁਸੀਂ ਤੇ ਦੋਨੇ ਧਿਰਾਂ ਇੱਕੋ ਜਿਹੀਆਂ ਹੋ ਗਈਆਂ ਜੇ ਸਰ। ਨਾ ਉਹ ISI ਦੇ ਏਜੰਟ ਆ, ਤੇ ਨਾ ਭਾਜਪਾ ਵਾਲਿਆਂ ਨੇ ਜਿੱਦਣ ਤੁਸੀਂ ਆਖਿਆ ਸੀ ਆਪ ਧਮਾਕੇ ਕਰਾਉਂਦੇ ਆ, ਨਾ ਇਹਨਾਂ ਨੇ ਕੋਈ ਬੰਬ ਸੁੱਟਿਆ ਸੀ ਬਿੱਟੂ ਹੋਰਾਂ ਨੇ। ਤੁਸੀਂ ਕੀ ਕਰਨਾ ਕੀ ਚਾਹ? ਮੈਨੂੰ ਮਤਲਬ ਕਿ ਕਦੇ ਕਦੇ ਨਾ ਇਸ ਤਰ੍ਹਾਂ ਜੀ ਕਰਦਾ ਕਿ ਟਾਹਲੀ ਤੇ ਚੜ ਕੇ ਉੱਚੀ ਉੱਚੀ ਰੋਣ ਲੱਗ ਜਾ ਮੈਂ ਤੇ। ਬਈ ਕੀ ਚੱਲਦਾ ਪਿਆ ਪੰਜਾਬ 'ਚ? ਕੀ ਚੱਲਦਾ ਪਿਆ ਹੈ? ਲੋਕਲ ਬਾਡੀਜ਼ ਦਾ ਇਲੈਕਸ਼ਨ ਆ ਤੇ ਲੋਕਾਂ ਦਾ ਕੋਈ ਮੁੱਦਾ ਹੀ ਨਹੀਂ ਹੈਗਾ। ਜੀ ਮਾਰ ਕੋਈ ਦਲ ਬਦਲੀ ਆ, ਕੋਈ ਸਿਰ ਪੜੀ ਜਾਂਦਾ, ਕੋਈ ਕਾਫਲਾ ਲੈ ਕੇ ਕਹਿੰਦਾ ਮੈਂ ਆ ਗਿਆ ਤੇਰੇ ਸ਼ਹਿਰ 'ਚ। ਉਹ
ਤੇਰਾ ਯਾਰ ਤੁਰਿਆ ਆਉਂਦਾ, ਕੋਈ ਰੋਕ ਕੇ ਵਿਖਾਵੇ, ਗੀਤ ਚੱਲਦੇ ਆ ਜੀ, ਬਈ। ਕੋਈ ਕਹਿੰਦਾ ਵੀ ਮੈਂ ਐ ਕਰ ਦੂੰ, ਰਾਜਾ ਵੜਿੰਗ ਇੱਥੇ ਆਇਆ, ਉਹ ਸਾਡੀ ਇੱਥੇ ਜਿਹੜੀ ਮੰਤਰੀ ਆ ਬੀਬੀ, ਉਹਦੇ ਪੀਏ ਦੇ ਕਹਿੰਦਾ ਇਹਦੇ ਛੱਤਰ ਮਾਰੋ, ਮੈਂ ਨਾਮ ਦੇਵਾਂਗਾ। ਲਓ ਦੱਸੋ ਇਹ ਕਿਹੜਾ ਜੀ, ਨਾਮ ਹੋਇਆ ਵੀ? ਮੈਂ ਕਿਹਾ ਇਹਨਾਂ ਦੇ ਆਖੇ ਨਾਲ ਲੱਗ ਜਾਓ, ਇਹਨਾਂ ਨੇ ਪਾਈਆ ਗੰਢੇ ਦੇਣ ਪਿੱਛੇ ਜੇਲ੍ਹ 'ਚ ਨਹੀਂ ਜੇ ਆਉਣਾ ਮੁੜ ਕੇ ਤੁਹਾਡੇ। ਰੁਲਦੇ ਫਿਰਦੇ ਨਾ ਕਈ, ਜਿਨ੍ਹਾਂ ਨੇ ਇੱਥੇ ਕਈਆਂ ਦੇ ਆਖੇ ਲਾ ਕੇ ਕੰਡ ਕੀਤੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਬਿਲਕੁਲ ਜਾਬਾਂ ਦਾ ਭੇੜ ਆ। ਇਹ ਇੱਕ ਦੂਜੇ ਨੂੰ ਹੀ ਵੱਡਾ ਕਰ ਰਹੇ ਨੇ, ਆਪਸ ਦੇ ਵਿੱਚ ਮਿੱਤਰ ਨੇ, ਇਹ ਸਮਝਿਆ ਕਰੋ। ਇਹ ਤਲਖ ਬਿਆਨ ਇਸੇ ਕਰਕੇ ਦਿੰਦੇ ਆ ਕਿ ਆਪੋ ਆਪਣੀ ਪਾਰਟੀ ਦੇ ਵਿੱਚ ਰੈਲੀਵੈਂਟ ਰਹਿਣ। ਇਹ ਦੋਨੇ ਯਾਰ ਦੋਸਤ ਨੇ, ਇੱਕ ਦੂਜੇ ਨੂੰ ਸਪੋਰਟ ਕਰਦੇ ਨੇ ਸਮਾਂ ਦੀ। ਇਹ ਤੇ ਫੋਨ ਕਰਕੇ ਕਹਿੰਦੇ ਹੋਣੇ ਆ ਕਿ ਯਾਰ ਮੈਂ ਬਿਆਨ ਠੀਕ ਦਿੱਤਾ ਨਾ, ਹੋਕੀ ਮੰਜੀ ਤੇਰੀ। ਕਹਿੰਦਾ ਯਾਰ ਥੋੜਾ ਜਿਹਾ ਬਈ ਲੂਣ ਮਿਰਚ ਘੱਟ ਸੀ, ਅਗਲੀ ਠੋਕ ਕੇ ਪਾਈ ਮਸਾਲਾ। ਕੁਝ ਨਹੀਂ ਹੈ ਪੰਜਾਬ ਦਾ ਇਹਨਾਂ ਨਾਲ, ਕੁਝ ਨਹੀਂ ਸਰੋਕਾਰ ਹੈਗਾ ਸਰ। ਵੀ ਜੇ ਭਗਵੰਤ ਮਾਨ ISI ਦਾ ਏਜੰਟ ਹੈ ਤੇ ਮੋਦੀ ਸਾਹਿਬ ਨੂੰ ਕਹੋ ਕਿ ਇਨਕੁਆਰੀ ਖੋਲ ਕੇ ਤੇ ਇਹਨਾਂ ਤੇ ਮੁਕੱਦਮਾ ਚਲਾਉਣ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਫਟਕਾਰ ਲੱਗੀ ਹੈ। ਸਰਕਾਰ ਨੂੰ ਫਟਕਾਰ ਤੇ ਗੁਰਪ੍ਰੀਤ ਜੇ ਕਹੀਏ ਕਿ ਇੱਕ ਦਸਤੂਰ ਜਿਹਾ ਹੀ ਬਣ ਗਿਆ। ਹਰਭਜਨ ਸਿੰਘ ਦੇ ਮਾਮਲੇ ਤੇ ਗੱਲ ਇਹ ਸੀ ਕਿ ਬਈ ਪਿਛਲੀ ਵਾਰੀ ਜਦੋਂ ਸੁਣਵਾਈ ਹੋਈ, 1 ਹਫ਼ਤੇ ਦਾ ਸਮਾਂ ਇਹਨਾਂ ਨੂੰ ਮਿਲਿਆ ਸੀਗਾ ਕਿ ਬਈ ਤੁਸੀਂ ਸਾਰਾ ਰਿਕਾਰਡ ਲੈ ਕੇ ਆਓ। ਰਿਕਾਰਡ ਕੀ ਆ ਕਿ ਤੁਸੀਂ ਸਿਕਿਉਰਿਟੀ ਕਿਹਨੂੰ ਦੇ ਰੱਖੀ ਹੈ, ਉਹਦੇ ਵਿੱਚ ਅਧਿਕਾਰਤ ਕਿੰਨੇ ਬੰਦੇ ਨਾਲ ਨੇ, ਅਣਅਧਿਕਾਰਤ ਕਿੰਨੇ ਆ ਨਾਲ। ਹੁਣ ਇਹਦੇ ਚ ਫਸ ਜਾਣਗੇ, ਕਿਉਂਕਿ ਇੱਕ ਅੰਕੜਾ, ਰਫਲੀ ਇੱਕ ਅੰਕੜਾ ਤੁਹਾਡੇ ਸਾਹਮਣੇ ਜੇ ਰੱਖਦੇ ਨੇ ਵੀ 4000 VIPs ਬੰਦੇ ਨਾਲ ਆ, ਤੇ ਤੁਹਾਡੇ ਵਰਗਾ ਕਿਤੋਂ ਵੀ ਲਿਸਟ ਕਢਵਾ ਸਕਦਾ ਉਹ ਕਿ ਉਹ 4000 ਕੌਣ ਹੈ ਜੀ, ਉਹ 4000 ਕੌਣ ਆ। ਫਿਰ ਥਾਣਿਆਂ ਚੋਂ ਜਾਣਕਾਰੀ ਲਈ ਜਾ ਸਕਦੀ ਹੈ ਕਿ VIP ਡਿਊਟੀ ਤੇ ਕੌਣ ਕੌਣ ਆ, ਜਾਂ ਫਰਲੋ ਤੇ ਕਿੰਨੇ ਰਹਿੰਦੇ, ਤੁਹਾਨੂੰ ਪਤਾ ਲੱਗ ਜਾਏਗਾ ਜੀ, ਕਿਹੜਾ ਕਿਹਦੀ ਡਿਊਟੀ ਕਰ ਰਿਹਾ, ਕਿਹੜਾ ਕਿਹਦਾ ਸਕਾ ਸੋਧਰਾ, ਸਭ ਪਤਾ ਲੱਗ ਜਾਏਗਾ ਜੇ ਲਿਸਟਾਂ ਹੀ ਬਣ ਗਈਆਂ। ਇਹਨਾਂ ਨੇ ਅੱਜ ਫੇਰ ਸਮਾਂ ਮੰਗ ਲਿਆ, ਕਿਉਂਕਿ ਦੇਖੋ ਅਦਾਲਤ ਦੇ ਵਿੱਚ ਇਹ ਗੱਲ ਪੜ੍ਹੀ ਗਈ ਕਿ ਇਹਨਾਂ ਨੂੰ 8 ਮਨਜ਼ੂਰ ਸ਼ੁਦਾ ਗਨਮੈਨ ਸਨ, ਨਾਲ 23 ਸਨ, 15 ਹਵਾਈ। ਇਹਦਾ ਮਤਲਬ ਹੈ ਕਿ ਬਹੁਤ ਸਾਰੀ ਸਿਕਿਉਰਿਟੀ ਏਦਾਂ ਹਵਾਈ ਤੁਰ ਰਹੀ ਹੈ। ਹੁਣ ਕੋਰਟ ਨੇ ਇਹ ਵੀ ਮੰਗ ਲਿਆ ਕਿ ਜਿਹੜੇ ਗੈਰ ਰਸਮੀ ਤੁਰੇ ਫਿਰਦੇ ਅਧਿਕਾਰਤ ਬੰਦਿਆਂ ਤੋਂ ਇਲਾਵਾ ਉਹ ਕਿੰਨੇ ਆ, ਹੁਣ ਕੀ ਦੱਸਣਗੇ। ਤੋ ਇਸ ਕਰਕੇ ਇਹਨਾਂ ਨੇ ਸਮਾਂ ਮੰਗਿਆ ਤੇ ਹਾਈ ਕੋਰਟ ਨੇ ਕਾਫੀ ਜ਼ਿਆਦਾ ਤਲਖ ਟਿੱਪਣੀ ਕੀਤੀ ਕਿ ਤੁਹਾਨੂੰ ਹੋਰ ਕਿੰਨਾ ਕੁ ਸਮਾਂ ਚਾਹੀਦਾ, ਪਹਿਲਾਂ ਵੀ ਸਮਾਂ ਦਿੱਤਾ। ਤੋ ਖੈਰ ਹੁਣ 27 ਤਰੀਕ ਨੂੰ ਆਖਰੀ ਮੌਕਾ ਦਿੱਤਾ ਗਿਆ ਹੈ ਕਿ ਆਖਰੀ ਤੁਹਾਡੇ ਕੋਲ ਚਾਂਸ ਹੋਏਗਾ, ਸਾਰੀਆਂ ਚੀਜ਼ਾਂ ਲਿਆ ਕੇ ਕੋਰਟ ਦੇ ਸਾਹਮਣੇ ਰੱਖੋ। ਤਾਂ ਗੁਰਪ੍ਰੀਤ ਬਹੁਤ ਔਖਾ ਹੋ ਜਾਂਦਾ ਜਦੋਂ ਰਿਕਾਰਡ ਤੇ ਸਾਰੀਆਂ ਚੀਜ਼ਾਂ ਲੈਣੀਆਂ ਹੋਣ। ਆਪਾਂ ਅੱਗੇ ਵੀ ਵੇਖਿਆ ਪਾਠਕ ਨੂੰ ਰਾਹਤ, ਫਿਰ ਇਸ ਤੋਂ ਇਲਾਵਾ ਰਜਿੰਦਰ ਗੁਪਤਾ ਟਰਾਈਡੈਂਟ ਵਾਲੇ ਨੂੰ ਰਾਹਤ, ਤੇ ਇਸ ਤੋਂ ਬਾਅਦ ਹੁਣ ਹਰਭਜਨ ਨੂੰ ਵੀ ਤੁਸੀਂ ਸਮਝ ਲਓ ਕਿ ਰਾਹਤ ਹੀ ਰਾਹਤ ਆ। ਹਰ ਮੁਹਾਜ਼ ਤੇ ਇਹਨਾਂ ਦੀ ਜਿਹੜੀ ਲੀਗਲ ਟੀਮ ਆ ਉਹ ਮਾਤ ਖਾ ਜਾਂਦੀ ਆ। ਹੁਣ ਇਹ ਵੇਖਣਾ ਹੋਏਗਾ ਕਿ ਕੀ ਅਗਲੇ ਹਫ਼ਤੇ ਸਾਰੀਆਂ ਲਿਸਟਾਂ ਜਿਹੜੀਆਂ ਜਾ ਕੇ ਸੌਂਪ ਦੇਣਗੇ, ਜਾਂ ਫਿਰ ਇਹਨਾਂ ਦਾ ਉਹੀ ਕਿਸਮ ਕਿ ਭਾਈ ਇੱਕ ਵਾਰੀ ਝਾੜ ਫਟਕਾਰ ਕਾ ਕੇ ਸਮਾਂ ਲੰਘਾ ਲਓ। ਬਈ ਇਹਨਾਂ ਦਾ ਕੀ ਆ, ਰੋਟੀ ਜਦੋਂ ਖਾਵਾਂਗੇ ਨਾਲ ਇਹ ਵੀ ਪਚ ਜਾਣਗੀਆਂ, ਝਾੜਾਂ ਫਟਕਾਰਾਂ ਇਹਨਾਂ ਦਾ ਕੀ ਆ। ਜੀ ਉਹ ਮੈਂ ਅੱਜ ਵੀਡੀਓ ਵੇਖੀ ਜਾਂਦਾ ਸੀ, ਕਿਸੇ ਨੇ ਪਾਈ ਹੈ, ਮੁੱਖ ਮੰਤਰੀ ਸਾਹਿਬ ਦੇ OSD ਜਿਹੜੇ ਰਾਜਵੀਰ ਹੋਣੀ ਨੇ 2 ਸਿਕਿਉਰਿਟੀ ਜੀਪਾਂ ਤਾਂ ਉਹੀ ਲਈ ਫਿਰਦੇ ਨੇ ਨਾਲ। ਇਹ ਚੱਲੀ ਪਤਾ ਨਹੀਂ ਕੀ ਜਾਂਦਾ। ਪ੍ਰਧਾਨ ਮੰਤਰੀ ਕਹੋ, ਨਹੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਆ ਜੀ। ਉਹ ਇਸ ਦੇਸ਼ ਦੇ ਵਿੱਚ ਪੰਜਾਬ ਸੂਬੇ ਦੇ ਪ੍ਰਧਾਨ ਮੰਤਰੀ ਨੇ, ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਨੇ। OSD ਕਿਉਂ ਕਹਿ ਰਹੇ ਹੋ ਤੁਸੀਂ? ਉਹ ਤਾਂ ਪ੍ਰਧਾਨ ਮੰਤਰੀ ਨੇ। ਪ੍ਰਧਾਨ ਮੰਤਰੀ ਦੇ ਨਾਲ ਚੱਲਦਾ ਪਿਆ ਸਿਰਫ 2 ਕਾਰਾਂ ਦਾ ਕਾਫਲਾ, ਭਾਵੇਂ ਉਹਨਾਂ ਨੇ ਡਰਾਮਾ ਹੀ ਕੀਤਾ ਵੀ ਦਿੱਲੀ ਬਲੌਕ ਕਰਾ ਕੇ ਤੇ 2 ਕਾਰਾਂ ਲਗਾ ਕੇ ਕਹਿੰਦੇ ਪ੍ਰਧਾਨ ਮੰਤਰੀ 2 ਕਾਰਾਂ 'ਚ ਚੱਲਦਾ ਹੈ। ਪਰ ਜੇ OSD 7-8 ਕਾਰਾਂ ਲਗਜ਼ਰੀ ਕਾਰਾਂ ਤੁਹਾਨੂੰ ਦਿਖਾਉਂਦਾ ਹੈ, ਇਹਦਾ ਮਤਲਬ ਕਿ ਅਸਲੀ ਪ੍ਰਧਾਨ ਮੰਤਰੀ ਤੇ ਫਿਰ ਉਹ ਆ। ਜੀ ਬਿਲਕੁਲ। ਸੋ ਉਹ ਤੇ ਬਹੁਤ ਪਾਵਰਫੁਲ ਇਨਸਾਨ ਹੈ ਜੀ। ਉਹ ਮੈਂ ਇੱਕ ਵਾਰੀ ਚੰਡੀਗੜ੍ਹ ਵੇਖਿਆ ਜਿੱਦਣ ਸਾਡੇ ਤੇ ਪਰਚਾ ਹੋਇਆ, ਤੁਸੀਂ ਵੀ ਉੱਥੇ ਆਏ ਹੋ ਜੀ। ਉਸ ਦਿਨ ਸਵੇਰੇ ਇਹ ਇੱਕ ਜਿਮ 'ਚ ਉਤਰੇ ਤੇ ਇਤਫਾਕਨ ਮੈਂ ਪੌੜੀਆਂ 'ਚ ਖੜਾ, ਇਹ ਤੇ ਵੇਖ ਕੇ ਹੋਰ ਹੀ ਹੋ ਗਿਆ ਮੈਨੂੰ। ਮੈਂ ਕੁਦਰਤੀ ਫੋਨ ਸੁਣੀ ਜਾਂਦਾ ਸੀ ਵੀ ਅਸੀਂ ਤਾਂ ਬੰਦੇ ਜਿਨ੍ਹਾਂ ਨੂੰ ਲੱਭਦੇ ਫਿਰਦੇ ਉਹ ਤਾਂ ਆ ਕੇ ਸਾਨੂੰ ਡੀਕਣ ਡਏ ਨੇ। ਤੇ ਉਸ ਦਿਨ ਵੀ ਇਹਨਾਂ ਦੇ ਨਾਲ ਸਵੇਰੇ
ਬਹੁਤ ਵੱਡੀ ਨਫਰੀ ਸੀ। ਮੈਂ ਆਪਣੇ ਬ੍ਰਦਰ ਨੂੰ ਨਾਲ ਦੀ ਨਾਲ, ਤੁਸੀਂ ਉਹ ਦੇਖਿਆ ਹੀ, ਮੇਰਾ ਬ੍ਰਦਰ ਮੇਰੇ ਨਾਲ ਹੁੰਦਾ ਹੈ, ਮੈਂ ਜੀ, ਜੀ। ਨਾਲ ਦੀ ਨਾਲ ਉਹਨੂੰ ਕਾਲ ਕੀਤੀ ਕਿ ਆ ਦੇਖ ਬਾਹਰ ਕਿਵੇਂ ਦਗੜ ਹੁੰਦੀ ਹੈ। 3 ਗੱਡੀਆਂ ਸਨ ਉਦੋਂ ਵੀ ਇਹਨਾਂ ਦੇ ਨਾਲ ਜਿਮ ਚ ਆਉਣ ਲੱਗਿਆ ਵੀ। ਲਓ ਜੀ। ਇਸ ਕਰਕੇ ਮੈਂ ਤੇ ਇਹਨਾਂ ਨੂੰ ਮਿੰਨੀ ਪ੍ਰਧਾਨ ਕਹਿੰਦਾ, ਪ੍ਰਧਾਨ ਮੰਤਰੀ। ਜੀ। ਉਹ ਪ੍ਰਧਾਨ ਮੰਤਰੀ ਵਾਲਾ ਵੀ ਤਾਂ ਡਰਾਮਾ ਹੀ ਹੈ ਭਾਈ। ਇਹ ਕਿੱਥੋਂ ਦੀ ਇਹ ਗੱਲ ਹੈ ਵੀ ਜਦੋਂ ਤੁਹਾਨੂੰ ਲੱਗੇ ਵੀ ਹੁਣ ਅਸੀਂ ਡਰਾਮਾ ਕਰਨਾ, 2 ਗੱਡੀਆਂ ਨਾਲ ਵੀ ਸਰ ਜਾਣਾ। ਇਹਦਾ ਮਤਲਬ ਵੀ ਸਿਕਿਉਰਿਟੀ ਵਾਲੀ ਗੱਲ ਤਾਂ ਐਵੇਂ ਹੀ ਬਣਾਈ ਹੋਈ ਹੈ। ਤਾਂ ਰਸੂਖ ਦਿਖਾਉਣ ਦੇ ਲਈ ਤੁਸੀਂ ਕਾਫਲੇ ਵੱਡੇ ਨਾਲ ਲੈ ਕੇ ਤੁਰਦੇ ਹੋ ਤਾਂ ਕਿ ਸਾਡੀ ਸ਼ਾਨੋ ਸ਼ੌਕਤ ਬਰਕਰਾਰ ਰਹੇ। ਖੈਰ, ਇਸ ਤੋਂ ਅੱਗੇ ਵਧੀਏ ਤੇ ਡੀਐਸਪੀ ਨੇ ਕਹਿੰਦੇ ਵੀ ਲਾਰੈਂਸ ਨੂੰ ਮੁਰੱਬਾ ਭੇਜਿਆ ਸੀ। ਓਹੋ, ਮੁਰੱਬਾ, ਚੂੰ ਕਾ ਮੁਰੱਬਾ। ਉਹ ਫਿਲਮਾਂ 'ਚ ਬੜਾ ਸੁਣਦੇ ਹੁੰਦੇ ਸਾਂ ਵੀ ਚੂੰ ਕਾ ਮੁਰੱਬਾ। ਉਹ ਪਤਾ ਨਹੀਂ ਮੈਨੂੰ ਕੀ ਕਹਿੰਦੇ ਆ ਵੀ ਇਹ ਕਿਹੜਾ ਮੁਰੱਬਾ ਹੁੰਦਾ। ਇਹ ਦੇਖੋ, ਅੱਜ ਟ੍ਰਿਬਿਊਨ ਵਾਲਿਆਂ ਨੇ ਸਟੋਰੀ ਲਾਈ ਆ, ਮੈਂ ਤਾਂ ਹੈਰਾਨ ਆ, ਜੀ। ਦੰਗ ਆ ਕੀ ਚੱਲਦਾ ਪਿਆ। ਜਿਹੜਾ ਗੁਰਸ਼ੇਰ ਆ, ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ, ਪਰ ਗੁਰਸ਼ੇਰ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਕਾਬਲ ਅਫਸਰ ਜੀ। ਸੀਗਾ, ਬੜਾ ਮੁੰਡਾ ਇੰਟੈਲੀਜੈਂਟ ਸੀਗਾ ਬਹੁਤ। ਉਸ ਤੋਂ ਬਾਅਦ ਬਈ ਉਸ ਬੰਦੇ ਨੂੰ ਤਾਂ ਵਲੇਟ ਦਿੱਤਾ ਇਹਨਾਂ ਨੇ, ਉਹਦੀ ਤੇ ਜੀ। ਜ਼ਿੰਦਗੀ ਖਰਾਬ ਕਰ ਦਿੱਤੀ। 2-3 ਮੁਕੱਦਮੇ, ਉਹਦੀ ਮਾਂ ਤੇ ਮੁਕੱਦਮਾ, 70 ਸਾਲ ਦੀ ਬਿਰਧ ਔਰਤ। ਜੀ। ਗੁਰਸ਼ੇਰ ਮਗਰ ਸਾਰੇ ਪੈ ਗਏ ਆ, ਪਰ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਯਾਰ। ਮੈਂ ਤੇ ਅੱਜ ਸਟੋਰੀ ਪੜ੍ਹ ਕੇ ਕਿਤੇ ਨਾ ਕਿਤੇ ਮੈਨੂੰ ਵੀ ਲੱਗਿਆ ਕਿ ਗੁਰਪ੍ਰੀਤ, ਅਸੀਂ ਸ਼ਾਇਦ ਉਸ ਅਫਸਰ ਦੇ ਨਾਲ ਨਿਆਂ ਨਹੀਂ ਕੀਤਾ ਬਤੌਰ ਮੀਡੀਆ ਵਾਲੇ। ਜੀ। ਠੀਕ ਹੈ, ਕਿਸੇ ਮਾਮਲੇ 'ਚ ਉਹ ਦੋਸ਼ੀ ਹੋ ਸਕਦਾ, ਅਦਾਲਤ ਦਾ ਕੰਮ ਹੈ ਦੇਖਣਾ, ਪਰ ਅਸੀਂ ਨਿਆਂ ਨਹੀਂ ਕੀਤਾ। ਅਸੀਂ ਅਦਰ ਸਾਈਡ ਦੇਖੀ ਹੋਈ ਨਹੀਂ ਹੈ ਨਾ। ਹੁਣ ਤੁਸੀਂ ਮੈਨੂੰ ਦੱਸੋ, ਬੜਾ ਇੱਕ ਲੌਜੀਕਲੀ ਸਵਾਲ ਉੱਠੇਗਾ ਨਾ ਗੁਰਪ੍ਰੀਤ, ਕਿ ਜੀ। ਇਹ ਕਹਿ ਰਹੇ ਨੇ, ਅੱਜ ਟ੍ਰਿਬਿਊਨ ਦੀ ਸਟੋਰੀ ਹੈ, ਉਹਨਾਂ ਦੇ ਕੋਲ ਪੁਲਿਸ ਤਹਿਕੀਕਾਤ ਦੀ ਕਹਿ ਲਓ ਕਿ ਇੰਟਰੋਗੇਸ਼ਨ ਦੀ ਬਈ ਸਾਰੀ ਰਿਪੋਰਟ ਆ। ਉਹਨਾਂ ਦੇ ਮੁਤਾਬਕ ਕਿ ਇੱਕ ਏ ਕੈਟਾਗਰੀ ਦਾ ਗੈਂਗਸਟਰ ਜਿਹੜਾ ਹੈ ਉਹ ਆਇਆ ਜੀ, ਉਹ ਇਹਦੇ ਆਫਿਸ ਦੇ ਵਿੱਚੋਂ ਮੁਰੱਬਾ ਲੈ ਕੇ ਗਿਆ ਤੇ ਇੱਕ ਟੋਪੀ ਲੈ ਕੇ ਗਿਆ ਲਾਰੈਂਸ ਵਾਸਤੇ ਬਰਥਡੇ ਤੇ ਸਾਬਰਮਤੀ ਜੇਲ੍ਹ 'ਚ। ਤੇ ਉਦੋਂ ਲੈ ਕੇ ਗਿਆ ਜਦੋਂ ਇੰਟਰਵਿਊ ਵਾਲੀਆਂ FIR ਹੋ ਚੁੱਕੀਆਂ ਸਨ। ਇਹ ਯਾਰ ਜੀ। ਦੇਖੋ, ਮੈਂ ਅੱਗੇ ਤੁਹਾਨੂੰ ਦੱਸਿਆ ਨਾ, ਮੈਂ ਸਾਰੇ ਪਤਨ ਤਰੇ ਨੇ ਗੁਰਪ੍ਰੀਤ। ਆਪਦੇ ਤੇ ਲਾ ਕੇ ਦੇਖੋ, ਤੁਸੀਂ ਵਾਂਟਡ ਹੋਵੋ ਇਹ ਕੈਟਾਗਰੀ 'ਚ। ਜੀ। ਚਲੋ, ਕਿਸੇ ਅਫਸਰ ਨਾਲ ਹੋ ਸਕਦਾ ਤੁਹਾਡੀ ਗੁੱਡਵਿਲ ਹੋਵੇ, ਕੀ ਤੁਸੀਂ AGTF ਜਾਂ ਇਦਾਂ ਦੇ ਸਪੈਸ਼ਲ ਸੈੱਲ ਵਾਲੇ ਜਿਹੜੇ ਆ ਉਹਨਾਂ ਦੇ ਦਫ਼ਤਰ 'ਚ ਐਂਟਰ ਹੋ ਸਕਦੇ ਹੋ? ਕਿਉਂਕਿ ਤੁਹਾਨੂੰ ਕੋਈ ਦੂਸਰਾ ਤਾਂ ਸਿਆ ਨਹੀਂ ਸਕਦਾ ਨਾ। ਬਿਲਕੁਲ। ਇਹੋ ਜਿਹੇ ਅਫਸਰ ਦੇ ਕੋਲ ਤੁਸੀਂ ਸਿਕਿਉਰਿਟੀ ਲੇਅਰ 'ਚੋਂ ਲੰਘ ਕੇ ਜਾਓਗੇ, ਜੀ। ਫਿਰ ਤੁਸੀਂ ਹਵਾਈ ਟਰੈਵਲ ਕਰ ਲਓਗੇ ਵਾਂਟਡ ਹੋ ਕੇ। ਥਰਡ ਚੀਜ਼ ਕਿ ਯਾਰ ਮੁਰੱਬਾ ਹੀ ਭੇਜਣਾ ਕਿਸੇ ਨੇ, ਕੀ ਪੰਜਾਬ 'ਚ ਹੀ ਇਕੱਲਾ ਮੁਰੱਬਾ ਬਣਦਾ ਜਾਂ ਇਹਨੇ ਸਪੈਸ਼ਲ ਬਣਾਇਆ ਸੀ DSP ਨੇ? ਤਾਂ ਮਤਲਬ ਕਿ ਲੌਜੀਕਲੀ ਤਾਰਕਿਕ ਤੱਕੜੀ ਤੇ ਚੀਜ਼ਾਂ ਸੰਗੋਂ ਉਤਰਦੀਆਂ ਨਹੀਂ ਜਦੋਂ ਆਪਾਂ ਤਾਰਕਿਕ ਤੱਕੜੀ 'ਚ ਤੋਲ ਕੇ ਇਹਨਾਂ ਨੂੰ ਵੇਖਦੇ ਆ। ਜੀ। ਕਿਉਂਕਿ ਉਹਦਾ ਇੱਕ ਕਾਰਨ ਆ। ਮੈਂ ਹਮੇਸ਼ਾ ਜਦੋਂ ਕਿਸੇ ਚੀਜ਼ ਨੂੰ ਗੁਰਪ੍ਰੀਤ ਰੱਦ ਕਰਾਂ ਜਾਂ ਐਸਟੈਬਲਿਸ਼ ਕਰਾਂ ਤਾਂ ਮੈਂ ਉਹਦੇ ਵਾਸਤੇ ਕੁਝ ਤੱਥ ਦੇਖਦਾ ਹੁੰਦਾ। ਤਾਂ ਜਦੋਂ ਮੈਂ ਤੱਥ ਖੰਗਾਲਣੇ ਸ਼ੁਰੂ ਕੀਤੇ ਤਾਂ 2 PIL ਨੇ, ਸ਼ਾਇਦ 2 ਪਟੀਸ਼ਨਾਂ ਨੇ, ਕਹ ਲਓ ਸੌਰੀ 2 ਪਟੀਸ਼ਨਾਂ ਨੇ ਜਿਹਦੇ ਤੇ ਸੁਣਵਾਈ ਆ ਗੁਰਸ਼ੇਰ ਦੇ ਨਾਲ ਜੁੜੀਆਂ। ਜੀ। ਤੇ ਸੁਣਵਾਈ ਤੋਂ ਐਨ ਪਹਿਲਾਂ ਇਹੋ ਜੀ ਖਬਰ ਦਾ ਲੱਗ ਜਾਣਾ ਗੁਰਪ੍ਰੀਤ, ਕੀ ਕਹੀਏ ਇਸ ਨੂੰ। ਔਰ ਉਹਦੇ ਵਿੱਚ ਵੀ ਮਹਿਮਾ ਮੰਡਣ ਆ, ਕੁਝ ਦੂਸਰੇ ਪੁਲਿਸ ਦੀਆਂ ਵੀ ਲੌਬੀਆਂ ਹੁੰਦੀਆਂ ਨਾ ਦੂਸਰੀ ਸਾਈਡ ਤੋਂ। ਜੀ। ਤਾਂ ਹੈਰਾਨਗੀ ਦੀ ਗੱਲ, ਮੈਂ ਤੇ ਇੰਟਰਵਿਊ ਵਾਲੀ ਗੱਲ ਤੇ ਵੀ ਹੈਰਾਨ ਆ ਕਿ ਜੇ ਖਰੜ ਦੇ ਵਿੱਚ ਹੋਈ ਆ, ਜੀ। ਗੁਰਸ਼ੇਰ ਜ਼ਿੰਮੇਵਾਰ ਹੈ, ਕੱਲਾ ਗੁਰਸ਼ੇਰ, ਤਾਂ 3 ਲੇਅਰ ਸਿਕਿਉਰਿਟੀ ਜਿਹੜੀ ਦੂਜੇ ਮੁਲਾਜ਼ਮ ਜਾਂ ਅਫੀਸਰ ਤਾਇਨਾਤ ਸੀ, ਕਿ ਉਹ ਸਾਰੇ ਹੀ ਰਲ ਗਏ। ਲਾਰੈਂਸ ਨੂੰ ਬੰਦ ਰੱਖਿਆ ਗਿਆ। ਔਰ ਇੱਕ ਇੰਟਰਵਿਊ ਜੋ ਹੋਈ ਹੈ ਸਤੰਬਰ ਦੇ ਵਿੱਚ, ਤਾਂ ਮਾਰਚ ਦੇ ਵਿੱਚ ਔਨ 에ਅਰ ਹੁੰਦੀ ਹੈ। 6 ਮਹੀਨਿਆਂ ਤੱਕ ਮਹਿਕਮੇ ਨੂੰ ਪਤਾ ਹੀ ਨਾ ਲੱਗਾ। ਥਾਣੇ ਦੇ ਵਿੱਚ ਤੇ ਕੋਈ ਮਤਲਬ ਕਿ ਕਬੂਤਰ ਵੀ ਮਰਿਆ ਡਿੱਗ ਪਵੇ ਉੱਤੋਂ ਤੇ ਪਤਾ ਲੱਗ ਜਾਂਦਾ ਸਾਰੇ ਮੁਲਾਜ਼ਮਾਂ ਨੂੰ, ਭਾਵੇਂ ਛੁੱਟੀ ਤੇ ਹੋਣ, ਕਿ ਥਾਣੇ 'ਚ ਆ ਵਾਪਰਿਆ। ਇਹ ਕਮਾਲ ਹੈ ਯਾਰ। ਇਹ ਕੁਝ ਸਵਾਲ ਨੇ ਜਿਹੜੇ ਮੇਰੇ ਵਿਅਕਤੀਗਤ ਸਵਾਲ ਨੇ ਗੁਰਪ੍ਰੀਤ, ਇਹਨਾਂ ਦਾ ਜਵਾਬ ਮਤਲਬ ਸ਼ਾਇਦ ਮੇਰੇ ਕੋਲ ਵੀ ਨਾ ਹੋਵੇ ਠੋਸ ਤੌਰ ਤੇ, ਪਰ ਕਿਉਂਕਿ ਸੁਣਵਾਈਆਂ ਦੇ ਲਾਗੇ ਇਸ ਚੀਜ਼ ਦਾ ਨਿਕਲ ਆਉਣਾ ਮੈਨੂੰ ਥੋੜਾ ਜਿਹਾ ਡਾਊਟਫੁਲ ਕਰਦਾ ਜੀ, ਮਾਫ ਕਰ। ਜੀ, ਬਿਲਕੁਲ।
ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਅਜਨਾਲਾ ਨਗਰ ਪੰਚਾਇਤ ਦੀ ਚੋਣ ਰੱਦ ਹੋ ਗਈ ਹੈ ਜੀ, ਕੀ ਕਾਰਨ ਰਹੇ ਇਸ ਤੇ? ਦੇਖੋ, ਵਾਰਡਬੰਦੀ ਅਧੂਰੀ, ਇਹਨਾਂ ਨੇ, ਇਹ ਝਾੜੂ ਵਾਲਿਆਂ ਨੇ ਕੋਈ ਕੰਮ ਸਿੱਧਾ ਕਰ ਦੇਣਾ ਤੇ ਫਿਰ ਉਹ ਝਾੜੂ ਵਾਲੇ ਕਾਹਦੇ ਹੋਏ। ਇਹਨਾਂ ਨੇ ਹਮੇਸ਼ਾ ਕਾਲ ਪਾਉਣੀ ਆ, ਕਾਲ ਦੇ ਵਿੱਚ ਕੰਮ ਲਮਕਾਉਣਾ ਹੈ। ਫਿਲਹਾਲ ਇਹਦੇ ਤੇ ਰੋਕ ਲੱਗ ਗਈ ਆ। ਨਗਰ ਪੰਚਾਇਤ ਦਾ ਜਿਹੜਾ ਇਲੈਕਸ਼ਨ ਸੀਗਾ 26 ਮਈ ਨੂੰ ਇਹ ਹੋਣਾ ਸੀਗਾ, ਹੁਣ ਇਹਦੀ ਵਾਰਡਬੰਦੀ ਦੀ ਜਿਹੜੀ ਪ੍ਰਕਿਰਿਆ ਪੂਰੀ ਨਹੀਂ ਹੋਏਗੀ। ਠੀਕ ਹੈ ਨਾ ਜੀ। ਮਤਲਬ ਕਿ ਨਗਰ ਪੰਚਾਇਤ ਦੇ ਵਾਰਡਾਂ ਦੇ ਵਿੱਚ ਜਿਹੜਾ ਪੁਨਰਗਠਨ ਹੋਇਆ, ਯਾਨੀ ਵਾਰਡਬੰਦੀ ਹੋਈ ਆ, ਉਹਨੂੰ ਲੈ ਕੇ ਪ੍ਰਕਿਰਿਆ ਹਾਲੇ ਅਧੂਰੀ ਸੀ। ਤੇ ਕੋਈ ਐਡਵੋਕੇਟ ਨੇ, ਬ੍ਰਿਜਮੋਹਨ ਜੀ, ਉਹਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ। ਇਸ ਤੇ ਜਦੋਂ ਸੁਣਵਾਈ ਹੋਈ ਤਾਂ ਉੱਥੇ ਵੇਖਿਆ ਕਿ ਇਹ ਤੇ ਵਾਰਡਬੰਦੀ ਜਿਹੜੀ ਆ, ਉਹ ਵਾਰਡਬੰਦੀ ਪੂਰੀ ਹੋਈ ਨਹੀਂ ਹੋਈ। ਗੁਰਪ੍ਰੀਤ, ਕੀ ਕਹੀਏ ਦੱਸੋ, ਹੈ ਕੋਈ ਇਹਨਾਂ ਦਾ ਚਾਲਾ ਕੋਈ ਚੱਜ ਦਾ? ਫੇਰ ਆਂਦੇ ਨੇ ਇਹ ਜੀ ਅੰਨੇ ਆਲੋਚਕ ਹੈ ਜੀ, ਫਲਾਂ ਹੈ, ਟਮਕਾ ਹੈ। ਤੁਸੀਂ ਵੇਖੋ ਕਿ ਇੱਕ ਪਾਸੇ ਇਲੈਕਸ਼ਨ ਤੇ ਬਿਲਕੁਲ ਨਾਮਜ਼ਦਗੀਆਂ ਹੋ ਗਈਆਂ, ਚੋਣ ਨਿਸ਼ਾਨ ਲੌਟ ਹੋ ਗਏ, ਤੇ ਵਾਰਡਬੰਦੀ ਤੁਹਾਡੀ ਅਧੂਰੀ ਹੈ। ਯਾਰ ਇਹਨੂੰ ਕੀ ਕਹੋਗੇ ਦੱਸੋ ਬਈ। ਕਦੇ ਕਦੇ ਨਾ ਸੱਚੀ ਹੁਣ ਤੇ ਮੇਰਾ ਜੀ ਕਰਦਾ ਹੈ ਵੀ ਇਹਨਾਂ ਦੇ ਨਾਲ ਨਾ ਮੈਂ ਹਮਦਰਦੀ ਕਰਨ ਲੱਗ ਜਾਵਾਂ। ਸੱਚੀ ਭੋਲੇ ਲੱਗਣ ਲੱਗ ਗਏ ਨੇ ਸੱਚੀ। ਕਈ ਹੁੰਦਾ ਨਾ, ਤੁਹਾਨੂੰ ਜਵਾਕ ਵਾਰ-ਵਾਰ ਉਹ ਗਲਤੀ ਕਰੇ, ਪਹਿਲਾਂ ਗੁੱਸਾ ਚੜਦਾ, ਫਿਰ ਯਾਰ ਜਵਾਕ ਭੋਲਾ ਹੀ ਬਹੁਤ ਹੈ, ਨਹੀਂ ਪਤਾ ਲੱਗਦਾ ਵਿਚਾਰੇ ਨੂੰ। ਕੰਮ ਕਰਨ ਭੇਜੀਦਾ, ਜਾਣਾ ਹੱਟੀ ਤੇ ਹੁੰਦਾ, ਚਲਾ ਭੱਠੀ ਤੇ ਜਾਂਦਾ, ਬਾਲਾ ਹੀ ਭੋਲਾ। ਹੁਣ ਤੇ ਏਦਾਂ ਲੱਗਦਾ ਭੋਲੇ ਨੇ ਆ। ਗੁੱਸਾ ਹੀ ਚੜਨੋਂ ਹਟ ਗਿਆ ਇਹਨਾਂ ਤੇ, ਤਾਂ ਤਰਸ ਹੀ ਆਉਣ ਲੱਗ ਗਿਆ। ਕੀ ਕਰੀ ਜਾਂਦੇ ਨੇ ਸਰ, ਹਰ ਇਲੈਕਸ਼ਨ ਚ ਇਹਨਾਂ ਦੇ ਇਹੀ ਰੋਣ ਪਿੱਟਣ, ਹਰ ਇਲੈਕਸ਼ਨ ਚ ਇਹੀ ਰੋਣ ਪਿੱਟਣ। ਸੋ ਵੱਲ ਸਾਰਿਆਂ ਨੂੰ ਇਹ ਨਹੀਂ ਹੁੰਦਾ ਕਿ ਮਾਂ ਦੀ ਕੁੱਖ ਚ ਆ ਜਾਵੇ, ਸਿੱਖਣਾ ਪੈਂਦਾ। ਪਰ ਸਿੱਖਣ ਦਾ ਵੀ ਇੱਕ ਸਮਾਂ ਹੁੰਦਾ। 4 ਸਾਲ 4.5 ਸਾਲ ਰਾਜ ਕਰਕੇ ਜੇ ਤੁਸੀਂ ਇਹੋ ਜਿਹੀਆਂ ਗਲਤੀਆਂ ਕਰ ਰਹੇ ਹੋ, ਇਟ ਮੀਨ ਕਿ ਤੁਸੀਂ ਆਪਣੇ ਤਜਰਬੇ ਤੋਂ ਕੁਝ ਨਹੀਂ ਸਿੱਖਿਆ, ਬਸ ਇਹੀ ਸਿੱਖਿਆ ਕਿ ਲੋਕਾਂ ਨੂੰ ਮੂਰਖ ਕਿਸ ਤਰ੍ਹਾਂ ਬਣਾਉਣਾ। ਜੀ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।